ਹੀਰਾ ਛੱਡ ਕੇ ਕਰਹਿ ਆਨ ਕੀ ਆਸ। ती नर दूज की जाएंगी सत पाख रविदास। छाड़ मन हर बिमुखन कुसंग। छाड़ मन हर बिमुखन कुसंग। जाकै मिलत को बुद्धि उपजत है भारत भजन में भंग राव। कहाँ पई पी पाई पियाई बिखना तजी पुयंगा। कागा कहाँ कपूर चुगाई स्वान नवाई गंगा। खर को कहाँ अगर कुलीपन मर कट भूखन अंगा। पाहन पतत बाण नहीं भीदै रीति हुई निखंगा। सूरदास उकारी कंबरी चढ़त न दूसर रंग। सूरदास उकारी कंबरी चढ़त न दूसर रंग। जपो जी सतनाम सदा सतनाम। जय गुरुदेव धन गुरुदेव। जय सतगुरु रविदास जी धन सतगुरु रविदास जी। वाहिगुरु जी का खालसा वाहिगुरु जी की फतेह। परम सन्मानयोग ਸਾਹਿਬ ਦੀ ਸਾਜੀ ਤੇ ਨਿਵਾਡੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ। जय गुरुदेव धन गुरुदेव। जय सतगुरु रविदास जी धन सतगुरु रविदास जी। साध संगत जी उदासीन डेरा संतवा टहलदारी सलेम टाबरी लुधियाना विखे साधु संग दुलंभ है गुरमुख सुख फल भगत प्यारी। सतगुरु की निੱਘੀ गोद विच साझ करके साध संगत जी स्वासां रूपी पूंजी कीमती बना रहे हो। जैसे तो मुराल माल जाई व्यस्त है मानसार मुकता अमोल खाए खाए विगसात है। जैसे तो तरवर की छाय जाई व्यस्त अनेक पांछी खाए मधुर फल मधुर बचन सुहात है। जैसे को तरवर की जाय छाई जाए बैस अनेक पांछी खाए मधुर फल मधुर बचन सुहात है। तैसे गुर सिख मिल बैठत है धर्मसाल शब्द अनाहद रस अमृत अगात है। सत्संग जी भाई साहब भाई गुरदास जी वचन ਹਨ जिमें हंसां दी डार मान सरोवर ते बैठीए ते चुग चुग के हीरे मोती परमेश्वर दी महिमा दे अंदर मिठे मिठे वचन राग अलापदे ने। जैसे तो सज्जन मिल बैठते हैं अनक प्रकार पाकसाल अनक प्रकार पाकसाल व्यंजनास रस खात है। सज्जन मिल ते साथ संबंधी भोजन छकते ने 36 तरह के भोजन छकते हैं तो मिठे मिठे वचन परमेश्वर का धन्यवाद करते हैं। जैसे तरवर की छाया जाए बैस्त अनेक पांछी फलदार वृक्ष ते अनेकां पांछी बहिंदे ने मिठे मिठे फल खांदे ने मधुर बचन सुहात है। मिठे मिठे प्रभु महिमा के अंदर राग अलापदे ने।
ਤੈਸੇ ਗੁਰ ਸਿੱਖ ਮਿਲ ਬੈਠਤੈ ਧਰਮਸਾਲ ਸ਼ਬਦ ਅਨਾਹਦ ਰਸ ਅੰਮ੍ਰਿਤ ਗਾਤ। ਇਵੇਂ ਗੁਰੂ ਕੀਆਂ ਸੰਗਤਾਂ ਸਤਿਗੁਰ ਦੇ ਚਰਨਾਂ ਵਿੱਚ ਇਕੱਤਰਤ ਹੋ ਕਰਕੇ ਬੈਠ ਜੀਆਂ ਨੇ ਤੇ ਸਤਿਗੁਰ ਦੀ ਮਹਿਮਾ ਦੀ ਉਪਮਾ ਦੀ ਬਾਣੀ ਦੀ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਜੀਵਨ ਆਨੰਦ ਲੈਂਦੀਆਂ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਦਾ ਪਾਵਨ ਸ਼ਬਦ ਸਹਿਬ ਸਤਿਗੁਰੂ ਸੂਰਦਾਸ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1253 ਤੇ ਰਾਗ ਸਾਰੰਗ ਵਿੱਚ ਸੁਭਾਈਮਾਨ ਹੈ। ਸਾਧ ਸੰਗਤ ਦੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਸਰੂਪ ਗੁਰੂ ਨਾਨਕ ਪ੍ਰਤੱਖ ਹਰ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਿਨ੍ਹਾਂ ਨੇ ਜਨਮ ਤੋਂ ਬ੍ਰਹਮ ਗਿਆਨੀ ਦੀ ਪਦਵੀ ਨੂੰ ਪ੍ਰਾਪਤ ਕੀਤਾ ਹੈ, ਪਰਮੇਸ਼ਰ ਦੀ ਗੋਦ ਨੂੰ ਮਾਣਿਆ ਹੈ। ਸਾਧ ਸੰਗਤ ਜੀ, ਜਦੋਂ ਸਾਹਿਬ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਹਿਬ ਸਤਿਗੁਰੂ ਸੂਰਦਾਸ ਜੀ ਦੇ ਬਚਨਾਂ ਨੂੰ ਸਤਸੰਗ ਦੀ ਵਿਚਾਰਿਆ ਹੈ, ਪਹਿਲੀ ਹੀ ਤੁਕ ਪਹਿਲੀ ਹੀ ਪੰਕਤੀ ਛਾੜ ਮਨ ਹਰ ਬਿਮੁਖਨ ਕੂ ਸੰਗਾ। ਪਹਿਲੀ ਪੰਕਤੀ, ਐ ਮਨ, ਜੇ ਤੂੰ ਜ਼ਿੰਦਗੀ ਦੇ ਅੰਦਰ ਆਨੰਦ ਚਾਹੁੰਦਾ ਏ, ਸਫਲਤਾ ਚਾਹੁੰਦਾ ਏ, ਖੇੜਾ ਚਾਹੁੰਦਾ ਏ, ਖੁਸ਼ੀਆਂ ਚਾਹੁੰਦਾ ਏ, ਕਦੇ ਭੁੱਲ ਕੇ ਵੀ ਮਨਮੁਖਾਂ ਦੀ ਸਾਕਤਾਂ ਦੀ ਗੁਰੂ ਤੋਂ ਬੇਮੁਖ ਹੋਇਆਂ ਦੀ ਸੰਗਤ ਨਾ ਕਰੀਂ। ਗੱਡ ਕੇ ਆਖੂ ਸਤਿਨਾਮ ਸ੍ਰੀ। ਅੱਗੇ ਸਾਧ ਸੰਗਤ ਦੀ ਜਿਹੜਾ ਸ਼ਬਦ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੇਵਲ ਇੱਕੋ ਇੱਕ ਤੁਕ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਗਤ ਕੀਤੀ ਹੈ। ਇੱਕ ਸ਼ਬਦ ਸਾਧ ਸੰਗਤ ਦੀ ਸਤਿਗੁਰੂ ਸੂਰਦਾਸ ਜੀ ਦੀ ਸਤਿਕਾਰ ਦੇ ਅੰਦਰ, ਮਹਿਮਾ ਦੇ ਅੰਦਰ ਪਰਮੇਸ਼ਰ ਦੇ ਅਸ਼ੀਰਵਾਦ ਸਦਕਾ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਆਖੇ ਨੇ, ਹਰ ਕੇ ਸੰਗ ਵਸੀ ਹਰ ਲੂਕਾ, ਤਨ ਮਨ ਅਰਪ ਸਰਬ ਸਭੇ ਅਰਪਿਓ, ਆਨੰਦ ਸਹਿਜ ਧੁਨ ਝੂਕ ਰਹਾਉ, ਦਰਸ਼ਨ ਪੇਖਤ ਪਏ ਨਿਰਵਖੇ, ਪਾਇਆ ਸਗਲੀ ਥੋਕਾ, ਆਨ ਵਸਤ ਸਿਉ ਕਾਜ ਨ ਕਛੁਏ, ਸੁੰਦਰ ਬਦਨ ਅਲੂਕਾ, ਸਿਆਮ ਸੁੰਦਰ ਤਾਡੇ, ਆਨ ਜੋ ਚਾਹਤ ਜਿਉ ਕੁਸ਼ਤੀ ਤਨ ਜੂਕਾ, ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਇਹ ਪਰਲੂਕਾ। ਕਿੱਡੇ ਕੁ ਵੱਡੇ ਭਾਗ ਹੋਣਗੇ ਸਾਹਿਬ ਸਤਿਗੁਰੂ ਸੂਰਦਾਸ ਜੀ ਦੇ, ਜਿਨ੍ਹਾਂ ਦੇ ਸਤਿਕਾਰ ਦੇ ਅੰਦਰ ਮਾਣ ਬਖਸ਼ਦੇ ਹੋਏ, ਸਿਰੋਪਾਵ ਬਖਸ਼ਦੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਪ੍ਰਤੱਖ ਪਰਮੇਸ਼ਰ ਇੱਕ ਸ਼ਬਦ ਸਮਰਪਿਤ ਕਰ ਦਿੰਦੇ ਨੇ। ਐਸੀ ਰੱਬੀ ਰੂਹ ਸਾਹਿਬ ਸਤਿਗੁਰੂ ਸੂਰਦਾਸ ਜੀ ਮਹਾਰਾਜ, ਸਾਧ ਜਿਨ੍ਹਾਂ ਦਾ ਬਚਪਨ ਦਾ ਨਾਮ ਮਦਨ ਮੋਹਨ ਹੈ, ਤੇ ਸਤਸੰਗ ਦੀ ਭਾਰ ਦੀ ਧਰਤੀ ਵਾਨਾਰਸ ਕਾਂਚੀ ਦੇ ਨਜ਼ਦੀਕ ਪਿਤਾ ਪੰਡਿਤ ਰਵਿਦਾਸ ਜੀ ਦੇ ਗ੍ਰਹਿ ਵਿਖੇ ਸਾਧ ਸੰਗਤ ਦੀ 1529 ਈਸਵੀ ਨੂੰ ਸਾਹਿਬ ਸਤਿਗੁਰੂ ਸੂਰਦਾਸ ਜੀ ਦਾ ਆਗਮਨ ਹੁੰਦਾ ਹੈ। ਸਾਧ ਸੰਗਤ ਦੀ ਵਿਦਵਾਨ ਪੰਡਿਤ ਘਰਾਣੇ ਦਾ ਜਨਮ ਹੈ। ਬਚਪਨ ਤੋਂ ਸਾਧ ਸੰਗਤ ਦੀ ਪਰਮੇਸ਼ਰ ਦੀ ਬਖਸ਼ੀ ਹੋਈ ਬੁੱਧ ਬੜੀ ਸੂਝ ਵਾਲੀ ਹੈ, ਗਿਆਨ ਵਾਲੀ ਹੈ, ਆਨੰਦ ਅਵਸਥਾ ਵਾਲੀ ਹੈ। ਤੇ ਸਾਧ ਸੰਗਤ ਜੀ ਮਾਤਾ ਪਿਤਾ ਦਾ ਪਿਆਰ, ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਸਾਧ ਸੰਗਤ ਦੀ ਐਸੀ ਸਮੇਂ ਦੀ ਕਰਵਟ, ਮਾਤਾ ਪਿਤਾ ਦਾ ਆਸ਼ੀਰਵਾਦ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਸਾਰ, ਸਦਾ ਭਜੋ ਜਗਦੀਸ਼। ਮਾਤਾ ਪਿਤਾ ਦੀ ਸਦਾ ਆਪਣੇ ਪੁੱਤਰਾਂ ਧੀਆਂ ਨੂੰ ਆਸ਼ੀਰਵਾਦ ਹੁੰਦਾ ਹੈ, ਅਸੀਸ ਹੁੰਦੀ ਹੈ ਕਿ ਐ ਮੇਰੇ ਧੀਆਂ ਤੇ ਪੁੱਤਰ, ਤੁਹਾਨੂੰ ਕਦੇ ਵੀ ਰੱਬ ਨਾ ਭੁੱਲੇ, ਕਦੇ ਵੀ ਤੁਸੀਂ ਵਿਕਾਰਾਂ ਵਾਲੀ ਭੈੜੀ ਸੰਗਤ ਦੇ ਵਿੱਚ ਨਾ ਜਾਓ, ਕਦੇ ਵੀ ਤੁਸੀਂ ਖੋਟੇ ਕਰਮਾਂ ਨੂੰ, ਭੈੜੇ ਕਰਮਾਂ ਨੂੰ ਗ੍ਰਹਿਣ ਨਹੀਂ ਕਰਨਾ ਹੈ। ਆਸ਼ੀਰਵਾਦ ਹੁੰਦਾ ਹੈ ਮਾਤਾ ਪਿਤਾ ਦੇ। ਸਾਧ ਸੰਗਤ ਦੀ ਅੱਡ
ਮਾਤਾ ਪਿਤਾ ਦਾ ਆਸ਼ੀਰਵਾਦ, ਮਾਤਾ ਪਿਤਾ ਦੇ ਸਤਿਕਾਰ ਦੇ ਅੰਦਰ ਐਸੇ ਸਮਰਪਿਤ ਹੋਏ ਨੇ। ਸਾਧ ਸੰਗਤ ਦੀ ਹਿੰਦੀ ਸਹਿਸਕ੍ਰਿਤੀ, ਸਾਧ ਸੰਗਤ ਦੀ ਐਸੀ ਵਿਦਵਤਾ ਪ੍ਰਾਪਤ ਕੀਤੀ। ਉਸ ਸਮੇਂ ਦੀ ਵਿਦਵਾਨਾਂ ਦੇ ਅੰਦਰ ਸਾਧ ਸੰਗਤ ਦੀ ਸਵਾਮੀ ਬਲਵਾਚਾਰੀਆ ਦੀ ਚਰਨਾਂ ਦੇ ਅੰਦਰ ਗੁਰ ਦੀਖਿਆ ਮੁਰਸ਼ਦ ਧਾਰਨ ਕਰਦੇ ਨੇ। ਉਸ ਸਮੇਂ ਦੇ ਅੰਦਰ ਅਨੇਕਾਂ ਵਿਦਵਾਨ ਨੇ, ਅਨੇਕਾਂ ਰੱਬੀ ਰੂਹਾਂ ਨੇ ਸੰਸਾਰ ਤੇ। ਸਵਾਮੀ ਬਲਵਾਚਾਰੀਆ ਦੀ ਸ਼ਰਨ ਦੇ ਅੰਦਰ ਅਨੇਕਾਂ ਸੇਵਕ ਸਿੱਖ ਨੇ, ਸ਼ਿਸ਼ ਨੇ। ਪਰ ਸਾਧ ਸੰਗਤ ਦੀ ਜਦੋਂ ਸਵਾਮੀ ਬਲਵਾਚਾਰੀਆ ਜੀ ਦੀ ਸੱਸ ਦੀ ਨਜ਼ਰ ਜਾਂਦੀ ਹੈ ਨਾ ਸੂਰਦਾਸ ਜੀ ਮਦਨ ਮੋਹਨ ਦੇ ਉੱਤੇ, ਇੱਕ ਦਿਨ ਐਸੇ ਵਜਦ ਵਿੱਚ ਆਉਂਦੇ ਨੇ ਸਵਾਮੀ ਬਲਵਾਚਾਰੀਆ ਜੀ, ਤੇ ਸਾਧ ਸੰਗਤ ਜੀ ਜਦੋਂ ਰੱਬ ਦੇ ਦਰਸ਼ਨ ਕੀਤੇ ਨਾ ਸਤਿਗੁਰੂ ਸੂਰਦਾਸ ਜੀ ਵਿੱਚੋਂ, ਅੱਜ ਮੁਰਸ਼ਦ ਗੁਰੂ ਬੋਲੇ ਨੇ, ਬਚਨ ਆਖਦੇ ਨੇ, ਸੂਰ ਸੂਰ ਤੁਲਸੀ ਸਸੀ ਉਡੱਗਣ ਕੇਸੁਦਾਸ। ਸੂਰ ਸੂਰ ਤੁਲਸੀ ਸਸੇ ਉਡੱਗਣ ਕੇਸੁਦਾਸ। ਭਾਵ ਕਿ ਇਸ ਸਮੇਂ ਜੋ ਸਵਾਮੀ ਬਲਵਾਚਾਰੀਆ ਬਚਨ ਕਰਦੇ, ਮੇਰੀ ਨਿਗਾਹ ਦੇ ਅੰਦਰ ਜੇਕਰ ਸੂਰਜ ਦੀ ਨਿਆਈ ਪ੍ਰਕਾਸ਼ ਹੈ, ਰੋਸ਼ਨੀ ਹੈ, ਗਿਆਨ ਹੈ, ਉਹ ਕੇਵਲ ਤੇ ਕੇਵਲ ਸੂਰਦਾਸ ਜੀ ਹਨ। ਗੱਡ ਕੀ ਆਖੂ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਸੂਰਜ ਦੇ ਪ੍ਰਕਾਸ਼ ਦੀ ਨਿਆਈ ਗਿਆਨ ਹੈ, ਪਰਮੇਸ਼ਰ ਦੀ ਮਿਹਰ ਹੈ, ਪ੍ਰਕਾਸ਼ ਹੈ, ਰੋਸ਼ਨੀ ਹੈ, ਗਿਆਨ ਹੈ। ਤੁਲਸੀ ਚੰਦਰਮਾ ਦੀ ਨਿਆਈ ਨੇ, ਤੇ ਕੇਸੋਦਾਸ ਜੀ ਤਾਰਿਆਂ ਦੀ ਨਿਆਈ ਨੇ, ਤੇ ਬਾਕੀ ਜਿੰਨੇ ਵੀ ਵਿਦਵਾਨ ਹੋਰ ਨੇ ਸਤਿਕਾਰਤ ਨੇ, ਪਰ ਉਹਨਾਂ ਦਾ ਜਿਹੜਾ ਗਿਆਨ ਹੈ ਨਾ ਉਹ ਕਿਰਨਾਂ ਦੀ ਤਰ੍ਹਾਂ ਹੈ। ਤੇ ਸਾਥ ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਆਪਣੇ ਗੁਰੂ ਮੁਰਸ਼ਦ ਦੀ ਚਰਨਾਂ ਦੇ ਅੰਦਰ ਸਤਿਗੁਰੂ ਨੂੰ ਸਮਰਪਿਤ ਹੋ ਕੇ ਕਿੰਨਾ ਕਮਾਣ ਤੇ ਕਿੰਨੀ ਕੁ ਵਿਦਿਆ, ਕਿੰਨੀ ਕੁ ਉਹਨਾਂ ਦੇ ਹਿਰਦੇ ਅੰਦਰ ਨਿਮਰਤਾ ਹੋਵੇਗੀ, ਕਿੰਨਾ ਕੁ ਸਤਿਗੁਰਾਂ ਦਾ ਸਾਧ ਸੰਗਤ ਦੀ ਸਤਿਕਾਰ ਹੋਵੇਗਾ, ਜਿਹੜੇ ਆਪਣੇ ਸ਼ਿਸ਼ਾਂ ਦੇ ਅੰਦਰ ਐਸੇ ਬਚਨ ਹਿਰਦੇ ਦੇ ਅੰਦਰ ਪ੍ਰਗਟ ਹੋ ਗਏ ਨੇ। ਤੇ ਸਾਧ ਸੰਗਤ ਦੀ ਇਤਿਹਾਸ ਦੇ ਅੰਦਰ ਬਚਨ ਮਿਲਦੇ ਨੇ ਕਿ ਜਦੋਂ ਸਾਹਿਬ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੇ ਸ਼ਬਦ ਨੂੰ ਵਿਚਾਰਿਆ, ਤੇ ਸਾਧ ਸੰਗਤ ਦੇ ਪਰਮੇਸ਼ਰ ਦੀ ਬੰਦਗੀ ਵਿੱਚ ਜਦੋਂ ਜੁੜੇ ਨੇ, ਸਵਾਮੀ ਮਦਨ ਮੋਹਨ ਸੂਰਦਾਸ ਜੀ, ਜਦੋਂ ਐਸੀ ਅਵਸਥਾ ਹੋਈ ਏ, ਛਾੜ ਮਨ ਹਰ ਬੇਮੋਖਨ ਕੋ ਸੰਗ। ਇਤਿਹਾਸ ਵਿੱਚ ਬਚਨ ਮਿਲਦੇ ਨੇ ਕਿ ਉਸ ਸਮੇਂ ਐਸੀ ਅਵਸਥਾ ਹੋਈ, ਸਮਾਧੀ ਵਿਸਮਾਦ ਵਿੱਚ ਚਲੇ ਗਏ ਨੇ। ਐਸੇ ਵਿਸਮਾਦ ਵਿੱਚ ਗਏ ਸਾਧ ਸੰਗਤ ਜੀ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ, ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ। ਹਰ ਸਿਮਰਤ ਬਿਨਸੀ ਸਭ ਦੁਖ ਦੇਖ ਸਰੂਪ ਪੂਰਨ ਪਈ ਆਸ਼ਾ। ਦਰਸ਼ਨ ਭੇਟਤ ਉਤਰੇ ਭੁਖ ਦਰਸ਼ਨ ਭੇਖਤ ਉਤਰੀ ਭੁਖ। ਐਸੇ ਦੀਦਾਰ ਹੋਏ ਨੇ ਪਰਮ ਪਿਤਾ ਪਰਮੇਸ਼ਰ ਦੇ ਤੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਨੇ, ਦੇਖ ਜੀਵਾਂ ਗੁਰ ਤੇਰਾ ਦਰਸ਼ਨ। ਦੇਖ ਜੀਵਾਂ ਗੁਰ ਤੇਰਾ ਦਰਸ਼ਨ। ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਿਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਤੇਰੇ। ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨ ਬਿਰਲੇ ਜਾਤੇ। ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕੰਵਲ ਵਸੈ ਮੇਰੇ ਚੀਤਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ। ਦੇਖ ਜੀਵਾਂ। ਐਸੀ ਬਿਸਮਾਦ ਵਿੱਚ ਪਰਮੇਸ਼ਰ ਦੀ ਦੀਦਾਰ ਸਾਧ ਸੰਗਤ ਦੀ ਬਿਸਮਾਦ ਵਿੱਚ ਚਲੇ ਗਏ। ਇਤਿਹਾਸ ਦੇ ਅੰਦਰ ਵਚਨ ਮਿਲਦੇ ਨੇ,
ਸਮੇਂ ਦੇ ਬਾਦਸ਼ਾਹ ਅਕਬਰ ਸਾਧ ਸੰਗਤ ਜੀ, ਜਿਹਦੇ ਕੋਲ ਉਹਨਾਂ ਦੀ ਸਾਧ ਸੰਗਤ ਦੀ ਮਹਿਮਾ ਜਸ ਟਹਿਲੀ ਵਜ਼ੀਰ ਕਰਦੇ ਨੇ ਕਿ ਜੇ ਇਸ ਸਮੇਂ ਜਿਹੜੇ ਸਵਾਮੀ ਮਦਨ ਮੋਹਨ ਸੂਰਦਾਸ ਸਤਿਗੁਰ ਜੀ ਕਾਵਿ ਰਚਨਾ ਕਰਦੇ ਨੇ, ਜਦੋਂ ਆਪਣੀ ਰਚਨਾ ਪਰਮੇਸ਼ਰ ਦੀ ਉਪਮਾ ਦੇ ਅੰਦਰ ਐਸੇ ਮਸਤ ਹੋ ਕੇ ਗਾਉਂਦੇ ਨੇ ਤੇ ਸਾਧ ਸੰਗਤ ਜੀ ਸਰੋਤੇ ਮੰਤਰ ਮੁਗਧ ਹੋ ਜਾਂਦੇ ਨੇ। ਜਦੋਂ ਸਮੇਂ ਦੇ ਬਾਦਸ਼ਾਹ ਅਕਬਰ ਨੇ ਨਾ ਸਾਹਿਬ ਸਤਿਗੁਰੂ ਸੂਰਦਾਸ ਜੀ ਦੀ ਮਹਿਮਾ ਸੁਣੀ ਤੇ ਉਹਨਾਂ ਨੂੰ ਆਪਣੇ ਦਰਬਾਰ ਦੇ ਅੰਦਰ ਉੱਚੇ ਅਹੁਦੇ ਤੇ ਵਿਰਾਜਮਾਨ ਕੀਤਾ ਤੇ ਸਾਧ ਸੰਗਤ ਜੀ ਜਦੋਂ ਉਹਨਾਂ ਦੀ ਅਵਸਥਾ ਦੇਖੀ ਆਪਣੇ ਅਹੁਦੇ ਤੇ, ਉਹਨੇ ਆਪਣੀ ਜਿਹੜੀ ਡਿਊਟੀ ਸੇਵਾ ਤਨਦੇਹੀ ਨਾਲ ਨਿਭਾਉਂਦੇ ਨੇ ਤੇ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਬਾਦਸ਼ਾਹ ਅਕਬਰ ਨੇ ਸੰਦਿਆਲ ਇਲਾਕੇ ਦੇ ਮੁਖੀ ਨਿਯੁਕਤ ਕਰ ਦਿੱਤਾ ਹੈ। ਭਾਵ ਸੰਦਿਆਲ ਇਲਾਕਾ ਉਹਨਾਂ ਨੂੰ ਦੇ ਦਿੱਤਾ ਕਿ ਇਸ ਇਲਾਕੇ ਨੂੰ ਤੁਸੀਂ ਚਲਾਉਣਾ ਹੈ। ਤੇ ਸਾਧ ਸੰਗਤ ਜੀ ਸਾਧੂ ਸੁਭਾਅ, ਗਰੀਬਾਂ ਦੀ ਰੱਖਿਆ, ਨਿਮਾਣਿਆਂ ਨਿਤਾਣਿਆਂ ਦਾ ਮਾਣ। ਤੇ ਸਾਸੀ ਜਦੋਂ ਕੋਈ ਵੀ ਗਰੀਬ ਨਿਮਾਣਾ ਨਿਤਾਣਾ ਚੱਲ ਕੇ ਆਉਂਦਾ ਏ, ਕਦੀ ਖਾਲੀ ਹੱਥ ਨਹੀਂ ਜਾਂਦਾ ਏ। ਤੇ ਸਾਸੂ ਜੀ ਮਨ ਮੁਖ ਦੁਖੀ ਨਿੰਦਕਾਂ ਸਤ ਸੰਗ ਨਾ ਪਾਵੈ। ਮਨ ਮੁਖ ਦੁਖੀ ਨਿੰਦਕਾਂ ਨੂੰ ਫਿਰ ਸਾਧ ਸੰਗਤ ਜੀ ਰੱਬ ਭਲੇ ਪੁਰਖ ਚੰਗੇ ਨਹੀਂ ਲੱਗਿਆ ਕਰਦੇ, ਉਹ ਫਿਰ ਬੇਈਮਾਨੀ ਚੁਗਲੀ ਦਵੈਤ ਕਰਨ ਤੋਂ ਬਾਜ ਨਹੀਂ ਆਉਂਦੇ। ਸਾਧ ਸੰਗਤ ਜੀ ਜਿਨ੍ਹਾਂ ਵਾਸਤੇ ਮਨਮੁਖਾਂ ਵਾਸਤੇ ਜਿੱਥੇ ਸਾਹਿਬ ਸਤਿਗੁਰੂ ਸੂਰਦਾਸ ਜੀ ਵਚਨ ਕਿਤੇ ਭੁੱਲ ਕੇ ਵੀ ਬੇਮੁਖਾਂ ਦਾ ਸਾਕਤਾਂ ਦਾ ਮਨਮੁਖਾਂ ਦਾ ਦੀਦਾਰ ਨਾ ਹੋ ਜਾਏ, ਸੰਗਤ ਨਾ ਹੋ ਜਾਏ, ਨਹੀਂ ਕਰਨੀ ਬੇਮੁਖਾਂ ਦੀ ਸੰਗਤ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਸੇ ਮਨਮੁਖ ਦੋਖੀ ਨਿੰਦਕਾਂ ਦੇ ਹਾਲਾਤ ਲਿਖੇ ਨੇ। ਲਿਖਦੇ ਨੇ ਮਾਨ ਸਰ ਪਰ ਜਾਓ ਲਜਾਏ ਬਿਠਾਈਏ ਬੱਗ, ਮੁਕਤਾ ਅਮੂਲਤਾ ਜ਼ਮੀਨ ਬੀਨ ਖਾਤ ਹੈ। ਕਹਿੰਦੇ ਮਾਨ ਸਰੋਵਰ ਹੀਰੇ ਮੋਤੀਆਂ ਨਾਲ ਭਰਿਆ ਪਿਆ, ਮਨਮੁਖਾਂ ਨੂੰ ਭਾਵ ਬਗਲਿਆਂ ਨੂੰ ਫੜ ਫੜ ਕੇ ਲਿਜਾ ਕੇ ਮਾਨ ਸਰੋਵਰ ਤੇ ਬਿਠਾਓ ਤੇ ਉਹ ਬਗਲੇ ਉੱਥੋਂ ਹੀਰੇ ਮੋਤੀ ਨਹੀਂ ਚੁਗਦੇ, ਉਹ ਗਡੋਏ ਤੇ ਮੱਛੀਆਂ ਭਾਵ ਜੀਵਾਂ ਨੂੰ ਖਾਂਦੇ ਨੇ। ਇਸੇ ਤਰ੍ਹਾਂ ਜਿਹੜੇ ਮਨਮੁਖ ਸਾਖਤ ਨੇ, ਅੰਕਾਰੀ ਨੇ, ਉਹ ਗੁਰੂ ਚਰਨਾਂ ਵਿੱਚ ਆ ਕੇ ਵੀ ਬੇਈਮਾਨੀਆਂ ਚਤੁਰਾਈਆਂ ਦਵੈਤ ਪਾ ਕੇ ਸੰਗਤ ਦੇ ਅੰਦਰ ਸਾਸਨ ਜੀ ਬਖੇੜਾ ਪੈਦਾ ਕਰਦੇ ਨੇ। ਦੂਸਰਾ ਵਚਨ ਭਾਈ ਸਾਹਿਬ ਲਿਖਦੇ ਨੇ ਆਸਥਨ ਪਾਨ ਕਰਵੈ ਕੌਲਾਈਏ ਜੋ ਪੀਤ ਨਾ ਪੈ ਲੋਹੂ ਚ ਆਘਾਤ ਹੈ। ਕਹਿੰਦੇ ਜੋਕ ਨੂੰ ਫੜ ਕੇ ਗਊ ਦੇ ਥਣਾ ਤੇ ਲਗਾਓ, ਉਹ ਉੱਥੋਂ ਦੁੱਧ ਨਹੀਂ ਪੀਵੇਗੀ ਅੰਮ੍ਰਿਤ ਵਰਗਾ, ਉੱਥੋਂ ਲਹੂ ਪੀਂਦੀ ਏ। ਇਸੇ ਤਰ੍ਹਾਂ ਮਨਮੁਖ ਦੋਖੀ ਨੇ ਜਿਹੜੇ, ਜਿਨ੍ਹਾਂ ਦੇ ਖੋਟੀ ਮੱਤ ਆ, ਜਿਨ੍ਹਾਂ ਨੇ ਦਬੈਤ ਚੁਗਲੀ ਨਿੰਦਿਆ ਵਖੀਲੀ ਕਰਨੀ ਹੁੰਦੀ ਏ, ਬੇਈਮਾਨੀ ਕਰਨੀ ਹੁੰਦੀ ਏ, ਉਹ ਸਾਧ ਸੰਗਤ ਜੀ ਗੁਰੂ ਸ਼ਰਨ ਵਿੱਚ ਆ ਕੇ ਵੀ ਸਾਧ ਸੰਗਤ ਜੀ ਬੇਕਾਰ ਹੀ ਇਕੱਠੇ ਕਰਦੇ ਨੇ। ਉਹ ਸੰਗਤ ਵਿੱਚ ਆ ਕੇ ਵੀ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਲੈਂਦੇ, ਉੱਥੇ ਆ ਕੇ ਵੀ ਉਹ ਭੈੜੀਆਂ ਹਰਕਤਾਂ ਕਰਦੇ ਨੇ। ਤੇ ਸਾਧ ਸੰਗਤ ਜੀ ਤੀਸਰਾ ਵਚਨ ਭਾਈ ਸਾਹਿਬ ਵਚਨ ਲਿਖਦੇ ਨੇ ਗੱਜ ਮੱਜਨ ਕੈ ਡਾਰਤ ਹੈ ਸ਼ਾਰ ਸਿਰ। ਗੱਜ ਮੱਜਨ ਕੈ ਡਾਰਤ ਹੈ ਸ਼ਾਰ ਸਿਰ, ਸੰਤਨ ਕੈ ਦੁਖੀ ਸਤ ਸੰਗ ਨਾ ਸੁਹਾਤ ਹੈ। ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਤਾਂ ਬੇਗ ਉੱਠ ਜਾਤ ਹੈ। ਤੀਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਕਹਿੰਦੇ ਮੱਖੀ ਨੂੰ ਫੜ ਕੇ ਲਿਜਾ ਕੇ ਫੁੱਲ ਤੇ ਬਿਠਾਓ, ਕਦੇ ਨਹੀਂ ਬਹਿੰਦੀ। ਜਿਹੜੀ ਸਾਸਨੀ ਗੰਦਗੀ ਦੀ ਮੱਖੀ ਆ, ਉਹ ਮਨਮੁਖ ਜਿਹੜਾ ਗੰਦਗੀ ਦੀ ਮੱਖੀ ਦੀ ਤਰ੍ਹਾਂ ਹੈ। ਉਸ ਮੱਖੀ ਨੂੰ ਫੜ ਕੇ ਫੁੱਲ ਤੇ ਬਿਠਾਓ, ਸੁਗੰਧੀ ਨਹੀਂ ਲੈਂਦੀ। ਜਿੱਥੇ ਗੰਦਗੀ ਹੁੰਦੀ ਹੈ ਨਾ, ਫਟਾਫਟ ਉੱਥੇ ਜਾ ਕੇ ਬੈਠੀ ਰਹਿੰਦੀ ਹੈ, ਕੂੰ ਕੂੰ ਕਰਦੀ, ਆਪਾਂ ਦੇਖ ਸਕਦੇ ਹਾਂ। ਗੁਰਮੁਖ ਜਿਹੜਾ ਏ ਉਹ ਸ਼ਹਿਦ ਦੀ ਮੱਖੀ ਆ, ਉਹ ਸੁਗੰਧੀ ਲੈਂਦਾ ਏ। ਹੰਸ ਜਿਹੜਾ ਏ ਉਹ ਹੀਰੇ ਮੋਤੀ ਚੁਗਦਾ ਏ। ਜੈਸੇ ਗੱਜ ਮੱਝਨ ਕੈ ਡਾਰਤ ਹੈ ਸ਼ਰ ਸਿਰ, ਸੰਤਨ ਕੈ ਦੁਖੀ ਸਤਸੰਗ ਨਾ ਸੁਹਾਤ ਹੈ। ਜਿਵੇਂ ਹਾਥੀ ਨੂੰ ਕਹਿੰਦੇ ਇਸ਼ਨਾਨ ਕਰਾਓ ਤੇ ਉਹ 5 ਮਿੰਟ ਬਾਅਦ ਹੀ ਸੁੰਡ ਨਾਲ ਮਿੱਟੀ ਚੁੱਕ ਚੁੱਕ ਉੱਤੇ ਪਾਉਂਦੇ, ਐਵੇਂ ਮਨਮੁਖ ਦੋਖੀ ਜਿਹੜੇ ਆ ਗੁਰੂ ਤੋਂ ਬੇਮੁਖ ਬੰਦੇ ਆ ਨਾ, ਉਹ ਸਾਧ ਸੰਗਤ ਦੀ ਜੇ ਕਿਤੇ ਚੰਗੀ ਗੱਲ ਸੁਣ ਵੀ ਲੈਂਦੇ ਆ ਤੇ ਉਦੋਂ ਦੁੱਗਣੀ ਇੱਕ ਲੱਥੀ ਨਾਤਿਆਂ ਦੋ ਪਾ ਚੜ੍ਹੀ ਸੋ ਹੋਰ ਦੁੱਗਣੀ ਬਰਿਆਈ ਕਰ ਲੈਂਦੇ ਆ।
ਇਹ ਮਨਮੁਖਾਂ ਦੇ ਹਾਲਾਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖੇ ਨੇ। ਤੇ ਸਾਧ ਸੰਗਤ ਦੀ ਅੱਡ ਚੁਗਲੀ ਖਾਧੀ ਚੁਗਲ ਨੇ ਨਾ ਰਮਜ ਪਛਾਣੀ, ਰਮਜ ਨਹੀਂ ਪਛਾਣੀ ਕਿ ਸਤਿਗੁਰੂ ਸੂਰਦਾਸ ਜੀ ਕੀ ਚਾਹੁੰਦੇ ਨੇ। ਨਿਮਾਣਿਆਂ ਦਾ ਮਾਣ ਕਰਦੇ ਨੇ, ਗਰੀਬਾਂ ਦਾ, ਨਤਾਣਿਆਂ ਨੂੰ ਆਏ ਨੂੰ ਕਿਸੇ ਨੂੰ ਖਾਲੀ ਨਹੀਂ ਮੋੜਦੇ। ਤੇ ਸਾਧ ਸੰਗਤ ਦੀ ਬਾਦਸ਼ਾਹ ਅਕਬਰ ਕੋ ਸਾਧ ਸੰਗਤ ਦੀ ਚੁਗਲੀ ਕਰ ਦਿੱਤੀ ਕਿ ਤੁਸੀਂ ਜਾ ਕੇ ਖਜ਼ਾਨਾ ਚੈੱਕ ਕਰਾਓ। ਜੇ ਸੂਰਦਾਸ ਨੂੰ ਤੁਸੀਂ ਚੰਦਿਆਲ ਇਲਾਕੇ ਦਾ ਮੁਖੀ ਨਿਯੁਕਤ ਕੀਤਾ ਨਾ, ਉਹ ਤਾਂ ਸਾਰਾ ਖਜ਼ਾਨਾ ਲੁਟਾਈ ਜਾਂਦਾ। ਤੇ ਸਾਧ ਸੰਗਤ ਪਰਮੇਸ਼ਰ ਨੇ ਕਲਾ ਵਰਤਾਉਣੀ ਹੁੰਦੀ ਹੈ ਨਾ, ਜਦੋਂ ਗਿਣਤੀ ਕਰਾਈ ਨਾ ਟਹਿਲੀਏ ਵਜ਼ੀਰ ਭੇਜ ਕੇ ਤਾਂ ਖਜ਼ਾਨਾ ਘੱਟ ਨਿਕਲੇਗਾ। ਤੇ ਸਤਿਗੁਰੂ ਸੂਰਦਾਸ ਜਿਨ੍ਹਾਂ ਨੂੰ ਸਾਧ ਸੰਗਤ ਜੀ ਸਾਧੂ ਹੋਏ ਸੋ ਸਾਧੂ ਪਛਾਣੀ। ਤੁਹਾਨੂੰ ਸਤਿਗੁਰੂ ਦਾਸ ਜੀ ਕਹਿੰਦੇ ਨੇ ਰਵਿਦਾਸ ਭਣਾ ਜੋ ਜਾਣੈ ਸੋ ਜਾਣ ਸੰਤਾਂ ਅਨੰਤ ਹੈ ਅੰਤਰ ਨਾਹੀ। ਸਾਧੂ ਨੂੰ ਪਛਾਣਨਾ ਸਾਧੂ ਹੀ ਪਛਾਣ ਸਕਦਾ ਜਿਹਦੇ ਉੱਤੇ ਸਤਿਗੁਰੂ ਦੀ ਮਿਹਰ ਹੋਵੇ। ਤੇ ਸਾਧ ਸੰਗਤ ਬਾਦਸ਼ਾਹ ਅਕਬਰ ਉਹਨਾਂ ਨੇ ਐਲਾਨ ਕਰਦਾ ਕਿ ਇਹਨੂੰ ਹਨੇਰ ਕੋਠੜੀ ਦੇ ਅੰਦਰ ਕੈਦ ਕੀਤਾ ਜਾਏ। ਤੇ ਸਾਧ ਸੰਗਤ ਹਨੇਰ ਕੋਠੜੀ ਦੇ ਅੰਦਰ ਕੈਦ ਕਰ ਦਿੱਤਾ। ਸਤਿਗੁਰੂ ਸੂਰਦਾਸ ਜੀ ਸਾਧੂ ਤੇ ਸਾਧ ਸੰਗਤ ਦੀ ਬੰਦਗੀ ਕਰਨੀ ਆ। ਤੇ ਸਾਧ ਸੰਗਤ ਜੀ ਉਹ ਹਨੇਰ ਕੋਠੜੀ ਦੇ ਅੰਦਰ ਬੱਜ ਦੇ ਵਿੱਚ ਆ ਕੇ ਪਰਮੇਸ਼ਰ ਦੀ ਬੰਦਗੀ ਦੇ ਸ਼ਬਦ ਸ਼ਬਦ ਬੋਲਦੇ ਨੇ। ਇੱਕ ਦਿਨ ਫਿਰਦਿਆਂ ਫਿਰਦਿਆਂ ਬਾਦਸ਼ਾਹ ਅਕਬਰ ਲੰਘਿਆ ਤੇ ਸਾਧ ਸੰਗਤ ਦੀ ਅੰਦਰੋਂ ਆਵਾਜ਼ ਆਉਂਦੀ ਏ, ਛਾੜ ਮਨ ਬੇਮੁਖਨ ਕੂ ਸੰਗ ਜਾ ਕੇ ਮਿਲਤੇ ਕੋ ਬੋਧ ਉਪਜਤ ਹੈ ਭਾਰਤ ਭਜਨ ਮੈਂ ਪੰਗ। ਕਹਾਂ ਭਏ ਪੀ ਪਾਏ ਪੀ ਆਏ ਬਿਖ ਨਾ ਤੜੇ ਭੁਯੰਗ। ਕਾਗਾ ਕਹਾਂ ਕਪੂਰ ਚੁਗਾਏ ਸਵਾਨ ਨਵਾਏ ਗੰਗ। ਖਰ ਕੋ ਕਹਾਂ ਅਗਰ ਕੋ ਲੇਪਨ ਮਰਕਟ ਭੂਖ ਨਿਅੰਗ। ਪਾਹਨ ਪਤਤ ਬਾਣ ਨਹੀਂ ਭੇਦੈ ਪਾਹਣ ਪਤਤ ਬਾਣ ਨਹੀਂ ਭੇਦੈ ਰੀਤੇ ਹੋਏ ਨਿਖੰਗ। ਸੂਰਦਾਸ ਓਏ ਕਾਰੀ ਕੰਬਰੇ ਸੂਰਦਾਸ ਓਏ ਕਾਰੇ ਕੰਬਰੇ ਚੜ੍ਹਤ ਨਾ ਦੂਸਰ ਰੰਗ ਚੜ੍ਹਤ ਨਾ ਦੂਸਰ ਰੰਗ। ਜਦੋਂ ਐਸੇ ਬਚਨ ਸੁਣੇ ਨਾ ਬਾਦਸ਼ਾਹ ਅਕਬਰ ਕਹਿੰਦਾ ਇੱਧਰ ਕੌਣ ਕੈਦ ਕੀਤਾ ਹੋਇਆ। ਤੇ ਸਾਧ ਸੰਗਤ ਦੀ ਮੁਲਾਜ਼ਮਾਂ ਨੇ ਦੱਸਿਆ ਕਿ ਸਤਿਗੁਰੂ ਸੂਰਦਾਸ ਜੀ ਉਹ ਸਦਾ ਹੀ ਬੱਜ ਦੇ ਵਿੱਚ ਆ ਕੇ ਐਸੇ ਬਚਨ ਬੋਲਦੇ ਰਹਿੰਦੇ ਆ। ਤੇ ਪਰਮੇਸ਼ਰ ਦੀ ਸਾਧ ਸੰਗਤ ਦੀ ਮਿਹਰ ਹੋਈ, ਰੱਬ ਵਸ ਗਿਆ। ਬਾਦਸ਼ਾਹ ਅਕਬਰ ਨੇ ਐਲਾਨ ਕੀਤਾ, ਕਹਿੰਦੇ ਇਹਨਾਂ ਨੂੰ ਆਜ਼ਾਦ ਕਰ ਦਿਓ। ਤੇ ਬਾਦਸ਼ਾਹ ਅਕਬਰ ਨਾਲੇ ਨਮਸਕਾਰ ਕਰਦਾ ਨਾਲੇ ਕਹਿੰਦਾ ਤੁਸੀਂ ਜਿੱਥੇ ਚਾਹੁਣਾ ਰਹਿ ਸਕਦੇ ਹੋ, ਤੁਹਾਡਾ ਸਾਰਾ ਹੀ ਰਹਿਣ ਬਹਿਣ ਦਾ ਪ੍ਰਬੰਧ, ਲੰਗਰ ਪਦਾਰਥ ਦਾ ਪ੍ਰਬੰਧ ਸਾਰਾ ਹੋਵੇਗਾ। ਪਰ ਸਤਿਗੁਰੂ ਸੂਰਦਾਸ ਜੀ ਹਿਰਦੇ ਅੰਦਰ ਬੈਰਾਗ ਆ, ਜਿਹੜੇ ਬਚਨ ਕਰਦੇ ਨੇ, ਛਾੜ ਮਨ ਹਰ ਬਿਮੁਖਨ ਕੋ ਸੰਗ। ਐ ਮਨ ਕਦੇ ਭੁੱਲ ਕੇ ਵੀ ਮਨਮੁਖਾਂ ਦੀ, ਗੁਰੂ ਤੋਂ ਬੇਮੁਖ ਬੰਦਿਆਂ ਦੀ, ਸਾਖਤਾਂ ਦੀ ਸੰਗਤ ਨਾ ਕਰੀ। ਜਾ ਕੇ ਮਿਲਤ ਜਿਨ੍ਹਾਂ ਦੀ ਸੰਗਤ ਵਿੱਚ ਕੋ ਬੁੱਧ ਉਪਜਦ ਹੈ। ਭੈੜੀ ਮੱਤ, ਖੋਟੇ ਖੋਟੇ ਵਿਚਾਰ ਪੈਦਾ ਹੋ ਜਾਂਦੇ ਨੇ ਮਨ ਦੇ ਅੰਦਰ, ਮਨ ਖੋਟਾ ਹੋ ਜਾਂਦਾ ਹੈ। ਜਾ ਕੇ ਮਿਲਤ ਕੋ ਬੁੱਧ ਉਪਜਦ ਹੈ। ਭੈੜੀ ਮੱਤ, ਭੈੜੇ ਖਿਆਲ ਆਉਂਦੇ ਨੇ। ਭਾਰਤ ਭਜਨ ਮੈਂ ਭੰਗ, ਪਰਮੇਸ਼ਰ ਦੀ ਬੰਦਗੀ ਦੇ ਅੰਦਰ, ਸਿਮਰਨ ਦੇ ਅੰਦਰ ਵਿਘਨ ਪੈਂਦਾ ਹੈ। ਇਸ ਲਈ ਮਨਮੁਖਾਂ ਦਾ ਗੁਰੂ ਤੇ ਬੇਮੁਖਿਆਂ ਦੀ ਕਦੇ ਭੁੱਲ ਕੇ ਵੀ ਸੰਗਤ ਨਹੀਂ ਕਰਨੀ। ਤੇ ਅੱਜ ਦੇਖਦੇ ਹਾਂ ਨੌਜਵਾਨ ਸਾਧ ਸੰਗਤ ਦੇ, ਇੱਥੋਂ ਤੱਕ ਕਿ ਲੜਕੇ ਲੜਕੀਆਂ, ਅੱਜ ਸਾਧ ਸਰਵੇ ਕਹਿ ਰਿਹਾ ਹੈ ਕਿ ਅੱਜ ਨੌਜਵਾਨ ਕਾਲਜਾਂ ਦੇ ਅੰਦਰ ਤਬਾਹੀ ਮਚ ਰਹੀ ਹੈ। ਤੇ ਆਪਣੇ ਤੇ ਪ੍ਰਤੱਖ ਪੰਜਾਬ ਦੇ ਅੰਦਰ ਨਿਤ ਆਏ ਦਿਨ ਨਸ਼ਿਆਂ ਦੇ ਨਾਲ ਸਾਧ ਸੰਗਤ ਦੀ ਤਬਾਹੀ ਮਚਦੀ ਹੈ। ਇਸ ਲਈ ਸਤਿਗੁਰੂ ਸੂਰਦਾਸ ਜੀ ਦੇ ਅੱਗੇ ਬਚਨ ਹਨ, ਕਹਾਂ ਭਏ ਪੀ ਪਾਏ ਪੀ ਆਏ ਬਿਖ ਨਾ ਤਜੇ ਭੁਯੰਗ। ਮਨਮੁਖ ਬੰਦਾ ਇੱਦਾਂ ਦਾ ਆ,
ਕਹਿੰਦੇ ਉਹਨੂੰ ਜਿੰਨਾ ਮਰਜ਼ੀ ਤੁਸੀਂ ਮਾਣ ਸਤਿਕਾਰ ਦੇ ਦਿਓ, ਜਿਵੇਂ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਲਾਈ ਜਾਓ, ਉਹ ਜ਼ਹਿਰ ਨਹੀਂ ਛੱਡਦਾ, ਡੰਗ ਮਾਰੇ ਦਿੰਦਾ। ਇੱਦਾਂ ਜਿਹੜੀ ਮਨਮੁਖ ਆ ਨਾ, ਗੁਰੂ ਤੋਂ ਬੇਮੁਖ ਆ, ਉਹ ਸਾਧ ਸੰਗਤ ਦੇ ਬੇਈਮਾਨੀ ਤੋਂ, ਚੁਗਲੀ ਤੋਂ, ਦਵੈਤ ਤੋਂ ਬਾਜ਼ ਨਹੀਂ ਆਉਂਦੀ। ਅੱਗੇ ਸਾਹਿਬ ਦੇ ਬਚਨ ਨੇ, ਕਾਗਾ ਕਹਾਂ ਕਪੂਰ ਚੁਗਾਏ, ਮਰਕਟ ਭੂਖਨ ਅੰਗ। ਕਾਮਾਂ ਨੂੰ ਭਾਵੇਂ ਕਪੂਰ ਤੁਸੀਂ ਚੁਗਣ ਲਈ ਦੇ ਦਿਓ, ਤੇ ਸੱਸ ਨੇ ਕਾਂ ਗੰਦਗੀ 'ਚ ਮੂੰਹ ਮਾਰਦਾ। ਇੱਦਾਂ ਦਾ ਮਨਮੁਖ ਬੇਮੁਖ ਗੁਰੂ ਤੋਂ ਜਿਹੜੇ ਨਾ, ਉਹ ਸਾਧ ਸੰਗਤ ਦੀ ਆਪਣੀ ਹਰਕਤ ਤੋਂ ਬਾਜ਼ ਨਹੀਂ ਆਉਂਦੇ। ਕਹਿੰਦੇ ਜੇ ਬਾਂਦਰ ਨੂੰ ਸੋਨੇ ਦੇ ਗਹਿਣੇ ਪਾ ਦਿਓ, ਉਹ ਬੰਦਾ ਨਹੀਂ ਬਣ ਜਾਂਦਾ। ਇਸੇ ਤਰ੍ਹਾਂ ਮਨਮੁਖ ਜਿਹੜਾ ਮੇਰੇ ਵਾਂਗੂ ਬਸਤਰ ਪਾ ਕੇ ਸੰਤ ਬਣ ਜੇ, ਉਹ ਸੰਤ ਨਹੀਂ ਹੋ ਜਾਂਦਾ, ਗੁਰਮੁਖ ਨਹੀਂ ਹੋ ਜਾਂਦਾ। ਐਸੀ ਅਵਸਥਾ ਦੇ ਅੰਦਰ ਖਰ ਕੋ ਕਹਾਂ ਅਗਰ ਕੋ ਲੇਪਨ, ਕਹਿੰਦੇ ਗਧੇ ਨੂੰ ਚੰਦਨ ਦਾ ਲੇਪ ਕਰ ਦਿਓ, ਉਹ ਦਿਲ ਤੇ ਮਾਰਨੋਂ ਨਹੀਂ ਹਟਦਾ, ਉਹਨੂੰ ਸ਼ਾਂਤੀ ਨਹੀਂ ਆਉਂਦੀ। ਇਸੇ ਤਰ੍ਹਾਂ ਸੂਰਦਾਸ ਓਏ ਕਾਰੇ ਕੰਬਰੇ, ਮਨਮੁਖ ਜਿਹੜਾ ਕਾਲੀ ਕੰਬਲੀ ਦੀ ਨਿਆਈ ਆ, ਚੜ੍ਹ ਤਰ੍ਹਾਂ ਦੂਸਰਾ ਰੰਗ, ਉਹਨੂੰ ਚਾਹ ਕੇ ਵੀ ਸਾਧ ਸੰਗਤ ਦੂਜਾ ਰੰਗ ਨਹੀਂ ਚੜ੍ਹ ਸਕਦੇ, ਕਾਲੀ ਕੰਬਲੀ ਨੂੰ ਦੂਜਾ ਰੰਗ ਨਹੀਂ। ਇਸੇ ਤਰ੍ਹਾਂ ਮਨਮੁਖ ਜਿਹੜੇ ਸਾਖਤ ਆ, ਇਸੇ ਕਰਕੇ ਸਤਿਗੁਰੂ ਦਾਸ ਮਹਾਰਾਜ ਨੇ ਬਾਣੀ 'ਚ ਲਿਖਿਆ ਸੀ, ਔਰ ਇੱਕ ਮੰਗੋ ਭਗਤ ਚਿੰਤਾ ਮਣ, ਡਣੀ ਲਖਾਵੂ ਅਸੰਤ ਪਾਪੇ ਸਣ। ਪਰਮੇਸ਼ਰ ਜਿੱਥੇ ਤੂੰ ਆਪਣੀ ਚਰਨਾਂ ਦੀ ਬੰਦਗੀ ਦੀ ਦਾਤ ਪ੍ਰੇਮਾ ਭਗਤੀ ਬਖਸ਼ੀ ਆ ਨਾ, ਇੱਕ ਤੇਰੇ ਚਰਨਾਂ ਵਿੱਚ ਜੋਦਰੀ ਆ, ਕਿਤੇ ਭੁੱਲ ਕੇ ਵੀ ਗੁਰੂ ਤੋਂ ਬੇਮੁਖ ਅਸੰਤ ਮਨਮੁਖ ਦਾ ਮੂੰਹ ਤੱਕ ਨਾ ਦਿਖਾਈ, ਗੱਢ ਕੇ ਆਖੂ ਸਤਿਨਾਮ। ਤੇ ਸਾਧ ਸੰਗਤ ਦੀ ਸਤਿਗੁਰੂ ਸੂਰਦਾਸ ਜੀ ਐਸੇ ਬਰਾਗ ਵਿੱਚ ਆਏ, ਸਾਧ ਸੰਗਤ ਦੀ ਜੰਗਲਾਂ ਦੇ ਅੰਦਰ, ਭਾਵ ਅੱਜ ਤੋਂ ਸਾਧ ਸੰਗਤ ਜੀ ਜੇ ਆਪਾਂ ਸਮਾਂ ਉਡੀਕੀ 1529 ਈਸਵੀ ਤੋਂ, ਤੇ ਹੁਣ ਅੱਜ ਸਾਧ ਸੰਗਤ ਕਰੀਬ 494 ਸਾਲ ਬਣ ਜਾਂਦੇ ਆ। 5 ਸਦੀਆਂ ਪਹਿਲਾਂ ਜ਼ਿਆਦਾ ਜੰਗਲ ਹੋਇਆ ਕਰਦਾ ਸੀ, ਤੇ ਸਾਧ ਸੰਗਤ ਦੀ ਐਸੀ ਬਰਾਗ ਵਿੱਚ ਪਰਮੇਸ਼ਰ ਦੀ ਬੰਦਗੀ ਅੰਦਰ ਕਾਵ ਰਚਨਾ ਕਰਦੇ ਰਹਿਣਾ। ਜਦੋਂ ਪ੍ਰਸਾਦ ਦੀ ਲੋੜ ਹੋਣੀ, ਨਗਰ ਵਿੱਚ ਜਾ ਕੇ ਪ੍ਰਸ਼ਾਦਾ ਛਕ ਲੈਣਾ। ਇੱਕ ਦਿਨ ਐਸੀ ਘਟਨਾ ਵਾਪਰੀ, ਇੱਕ ਨਗਰ ਦੇ ਵਿੱਚ ਗਏ ਸਾਧ ਸੰਗਤ ਜੀ। ਸਾਧ ਸੰਗਤ ਦੀ ਇੱਕ ਔਰਤ, ਇੱਕ ਮੁਟਿਆਰ ਮਨ ਦੀ ਅਵਸਥਾ ਵਿਗੜ ਗਈ, ਤੇ ਡਿੱਗਦੇ ਡਿੱਗਦੇ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਵੱਟ ਜਾਂਦੇ ਨੇ। ਇੱਕ ਨਿਮਖ ਕਾਮ ਕਾਰਨ ਕੋਟ ਦਿਨ ਦੁਖ ਪਾਵੈ, ਬਹੁਤ ਬਹੁਤ ਪਛਤਾਵੈ। ਅੱਜ ਮਨ ਐਸੀ ਅਵਸਥਾ ਵਿੱਚ ਆਇਆ। ਸਾਧ ਸੰਗਤ ਜੀ ਜਦੋਂ ਵਾਪਸ ਆਏ, ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਆਪਣੇ ਆਪ ਨੂੰ ਕੂਸਦੇ ਨੇ, ਤੇ ਪ੍ਰਭੂ ਚਰਨਾਂ ਵਿੱਚ ਜੋਦਰੀ ਕਰਦੇ, ਪਰਮੇਸ਼ਰ ਅੱਜ ਤੂੰ ਮਿਹਰ ਕੀਤੀ, ਬਚਾ ਲਿਆ, ਨਹੀਂ ਤਾਂ ਇਹ ਜੀਵਨ ਗਰਕ ਜਾਣਾ ਸੀ। ਅਰਦਾਸ ਕੀਤੀ, ਪਰਮੇਸ਼ਰ ਆ ਅੱਖਾਂ ਜਿਹੜੀਆਂ ਦੁਨੀਆ ਦੀ ਮੋਹਣੀ ਮੂਰਤਾਂ ਨੂੰ ਦੇਖ ਕੇ ਜ਼ਿੰਦਗੀ ਤਬਾਹ ਕਰ ਸਕਦੀਆਂ ਨੇ, ਇਹਨਾਂ ਅੱਖੀਆਂ ਦੇ ਨਾਲ ਤੇਰੇ ਦੀਦਾਰ ਹੋ ਜਾਣ। ਅਰਦਾਸ ਕਰਤੀ, ਪਾਤਸ਼ਾਹ ਜੀ ਇਹਨਾਂ ਅੱਖੀਆਂ ਦੇ ਨਾਲ ਤੇਰੇ ਦੀਦਾਰ ਨੇ ਹੋਣੇ, ਤੇ ਅੱਖੀਆਂ ਤਿਆਗ ਦੇਣੀਆਂ, ਗੱਢ ਕੇ ਆਖੂ ਸਤਨਾਮ ਸ੍ਰੀ। ਸਮਾਂ ਨਿਸ਼ਚਿਤ ਕਰ ਲਿਆ, ਮਨ ਹੀ ਮਨ ਅਰਦਾਸ ਕਰ ਦਿੱਤੀ, ਸਮਾਂ ਲੰਘ ਗਿਆ। ਤੇ ਇਤਿਹਾਸ ਕਹਿੰਦਾ ਸਤਿਗੁਰੂ ਸੂਰਦਾਸ ਜੀ ਮਹਾਰਾਜ ਨੇ 2 ਸਲਾਈਆਂ ਤੱਤੀਆਂ ਕੀਤੀਆਂ, ਤੇ ਆਪਣੀਆਂ ਅੱਖੀਆਂ ਦੇ ਵਿੱਚ ਪਾ ਕੇ ਦੋਨਾਂ ਅੱਖੀਆਂ ਦੀ ਸਾਸ ਦੀ ਰੋਸ਼ਨੀ ਤਿਆਗ ਦਿੱਤੀ, ਗੱਢ ਕੇ ਆਖੂ ਸਤਨਾਮ ਸ੍ਰੀ। ਤੇ ਸਾਸ ਦੀ ਬੰਦਗੀ ਵਿੱਚ ਲੀਨ ਨੇ। ਇਤਿਹਾਸ ਕਹਿੰਦਾ ਏ ਜੰਗਲ ਦੇ ਅੰਦਰ ਝੁੱਗੀ, ਇੱਕ ਦਿਨ ਐਸੀ ਅਵਸਥਾ ਹੋਈ, ਤੂਫਾਨ ਹਨੇਰੀ ਝੱਖੜ ਆਇਆ, ਕੁੱਲੀ ਵੀ ਉੱਡ ਗਈ। ਸਾਧ ਸੰਗਤ ਜੀ ਐਸਾ ਤੂਫਾਨ ਆਇਆ, ਕਿਉਂਕਿ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅੱਡੀ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਗ, ਤਨ ਸੁੱਕ ਚੁੱਕਾ ਸੀ। ਹਵਾ ਦਾ ਐਸਾ ਤੂਫਾਨ ਆਇਆ, ਇੱਕ ਡੂੰਘੇ ਟੋਏ ਵਿੱਚ ਡਿੱਗ ਪਏ, ਤੇ ਸਾਧ ਸੰਗਤ ਜੀ ਜਦੋਂ ਡਿੱਗੇ ਨੇ ਨਾ, ਬੰਦਗੀ ਦੇ ਵਿੱਚੋਂ ਮੁੱਖ ਨਹੀਂ ਬੋੜਿਆ, ਹਿਰਦਾ ਪ੍ਰਮੁਖ ਚਰਨਾਂ ਵਿੱਚ ਸਿਮਰਨ ਵਿੱਚ ਜੁੜਿਆ ਹੋਇਆ। ਤੇ ਸਾਧ ਸੰਗਤ ਇਤਿਹਾਸ ਵਿੱਚ ਸਾਖੀ ਮਿਲਦੀ ਹੈ, ਕਹਿੰਦੇ ਭਗਵਾਨ ਪਰਮੇਸ਼ਰ ਨੇ, ਵਿਸ਼ਨੂੰ ਜੀ ਨੇ ਨਾਰਦ ਜੀ ਨੂੰ ਸੱਦਿਆ, ਕਹਿੰਦੇ ਨਾਰਦ ਜੀ ਮੇਰਾ ਇੱਕ ਸੇਵਕ ਆ, ਬਹੁਤ ਸਿੱਖ ਮੈਨੂੰ ਪਿਆਰਾ ਆ, ਉਹਦਾ ਨਾਂ ਹੈ ਸੂਰਦਾਸ। ਉਹਨੇ ਮੇਰੇ ਦਰਸ਼ਨਾਂ ਦੀ ਤਾਂਘ ਦੇ ਅੰਦਰ
ਆਪਣੀਆਂ ਅੱਖੀਆਂ ਵੀ ਤਿਆਗ ਦਿੱਤੀਆਂ ਨੇ। ਜਾ ਮੇਰਾ ਸੁਨੇਹਾ ਦੇ ਕੇ ਆ ਉਹਨੂੰ। ਤੇ ਸਾਧ ਸੰਗਤ ਜੀ, ਭਗਵਾਨ ਦੇ ਪੁੱਤਰ ਨਾਰਦ ਮੁਨੀ ਕਹਿਣ ਲੱਗੇ, ਭਗਵਾਨ ਤੁਸੀਂ ਇੱਕ ਪਾਸੇ ਕਹਿੰਦੇ ਮੇਰਾ ਪੁੱਤਰ ਆ, ਇੱਕ ਪਾਸੇ ਕਹਿੰਦੇ ਮੇਰਾ ਪ੍ਰੇਮੀ ਹੈ, ਦੂਜੇ ਪਾਸੇ ਉਹਨੇ ਤੁਹਾਡੀ ਵਾਸਤੇ ਅੱਖੀਆਂ ਤਿਆਗ ਦਿੱਤੀਆਂ, ਤੁਸੀਂ ਫਿਰ ਵੀ ਦਰਸ਼ਨ ਨਹੀਂ ਦਿੱਤੇ। ਅਜੇ ਵੀ ਤੁਸੀਂ ਉਹਨੂੰ ਸੁਨੇਹਾ ਹੀ ਦੇਣਾ ਚਾਹੁੰਦੇ ਹੋ। ਝੱਖੜ ਦੇ ਅੰਦਰ ਕੁੱਲੀ ਉੱਡ ਗਈ, ਡੂੰਘੇ ਟੋਏ ਵਿੱਚ ਡਿੱਗਿਆ, ਫੇਰ ਵੀ ਸਿਮਰਨ ਵਿੱਚ ਆ। ਤੁਸੀਂ ਅਜੇ ਵੀ ਸੁਨੇਹਾ ਹੀ ਦਿੰਦੇ ਹੋ, ਤੁਹਾਡਾ ਮਨ ਨਹੀਂ ਕਰਦਾ ਜਾ ਕੇ ਉਹਦੇ ਦਰਸ਼ਨ ਦੇ ਦਿਓ। ਤੇ ਭਗਵਾਨ ਕਹਿਣ ਲੱਗੇ, ਨਾਰਦ ਬਚਨ ਮੰਨੀ ਦਾ ਪੁੱਤਰ, ਜਾ ਕੇ ਸਾਡੇ ਸ਼ਿਸ਼ ਨੂੰ ਸੁਨੇਹਾ ਦੇ, ਸੰਦੇਸ਼ਾ ਦੇ। ਕਹਿੰਦੇ ਦੱਸੋ ਕੀ ਸੰਦੇਸ਼ਾ ਦੇਣਾ। ਕਹਿੰਦੇ ਭਗਵਾਨ ਕਹਿਣ ਲੱਗੇ, ਨਾਰਦ ਮੁਨੀ ਪੱਲਾ ਕਰ। ਨਾਰਦ ਮੁਨੀ ਪੱਲਾ ਕੀਤਾ। ਕਹਿੰਦੇ ਭਗਵਾਨ ਨੇ ਰੇਤੇ ਦਾ ਬੁੱਕ ਭਰਿਆ ਤੇ ਪੱਲੇ 'ਚ ਪਾ ਦਿੱਤਾ। ਕਹਿੰਦੇ ਜਾ ਕੇ ਮੇਰੇ ਸੇਵਕ ਨੂੰ ਨਾ, ਸ਼ਿਸ਼ ਨੂੰ, ਸੂਰਦਾਸ ਨੂੰ ਸੰਦੇਸ਼ਾ ਦੇ ਦੇਈਂ ਤੇ ਇਹ ਬਚਨ ਆਖਣਾ ਏ ਕਿ ਆਹ ਰੇਤਾ ਲੈ ਲਾ, ਇਹਦੇ ਕਿਣਕੇ ਗਿਣ ਲਾ। ਜਿੰਨੇ ਕਿਣਕੇ ਨੇ ਇੰਨੇ ਜਨਮ ਧਾਰ ਕੇ ਜਿਵੇਂ ਹੁਣ ਤਪੱਸਿਆ ਕੀਤੀ ਹੈ ਨਾ, ਇਵੇਂ ਤਪੱਸਿਆ ਕਰੇਗਾ ਤਾਂ ਮੈਂ ਤੈਨੂੰ ਦਰਸ਼ਨ ਦੇਵਾਂਗਾ। ਗੱਡ ਕੇ ਆਖੂ ਸਤਿਨਾਮ ਸ੍ਰੀ। ਤੇ ਨਾਰਦ ਮੁਨੀ ਕਹਿਣ ਲੱਗੇ, ਭਗਵਾਨ ਇੰਨਾ ਔਖਾ ਪਰਚਾ ਪਾ ਦਿੱਤਾ, ਤੁਹਾਨੂੰ ਤਰਸ ਨਹੀਂ ਆਉਂਦਾ? ਇਹ ਤੇ ਰੇਤੇ ਦੇ ਕਿਣਕੇ ਗਿਣੇ ਨਹੀਂ ਜਾਣੇ, ਇੰਨੇ ਜਨਮ ਧਾਰ ਕੇ ਤੁਹਾਡੀ ਇੰਨੀ ਕਠਿਨ ਤਪੱਸਿਆ ਕਰੂ, ਫੇਰ ਤੁਸੀਂ ਦਰਸ਼ਨ ਦਿੰਦੇ ਆ। ਤੇ ਭਗਵਾਨ ਕਹਿਣ ਲੱਗੇ, ਨਾਰਦ ਮੁਨੀ ਬਚਨ ਮੰਨੀ ਦਾ ਪੁੱਤਰ, ਸੰਦੇਹਾ ਜੀ ਜਾ ਕੇ। ਤੇ ਨਾਰਦ ਮੁਨੀ ਪਹੁੰਚਦੇ ਨੇ। ਸਾਧ ਸੰਗਤ ਦੀ ਜਦੋਂ ਦੇਖਦੇ ਨੇ ਜਾ ਕੇ ਡੂੰਘੇ ਟੋਏ ਦੇ ਵਿੱਚ ਡਿੱਗੇ ਹੋਏ ਸੂਰਦਾਸ ਜੀ, ਪਰ ਸਿਮਰਨ ਦੇ ਅੰਦਰ ਮਨ ਜੁੜਿਆ ਹੋਇਆ ਹੈ। ਛਾੜ ਮਨ ਬੇਮੁਖਨ ਕੋ ਸੰਗ। ਤੇ ਸਾਧ ਸੰਗਤ ਜੀ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਮੇਲ ਲਏ ਪੂਰਨ ਵੱਡ ਪਾਗੀ, ਪਿਆਸ ਮਨ ਲਾਗੀ। ਦਰਸ ਤੇਰੇ ਕੀ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਐਸੀ ਅਵਸਥਾ ਜਦੋਂ ਦੇਖੀ ਨਾ ਨਾਰਦ ਮੁਨੀ ਨੇ ਜਾ ਕੇ, ਤੇ ਨਾਰਦ ਮੁਨੀ ਵੀ ਸਾਧ ਸੰਗਤ ਦੀ ਸ਼ਾਂਤੀ ਅਵਸਥਾ ਵਿੱਚ ਆ ਗਏ। ਤੇ ਸਾਧ ਸੰਗਤ ਜੀ, ਸਤਿਗੁਰੂ ਸੂਰਦਾਸ ਦੇ ਚਰਨਾਂ 'ਚ ਨਮਸਕੀਰਤੀ ਤੇ ਥੋੜ੍ਹਾ ਜਿਹਾ ਟੱਚ ਕੀਤਾ, ਭਾਵ ਉਹਨਾਂ ਨੂੰ ਪਤਾ ਲੱਗ ਜਾਏ ਕਿ ਮੈਨੂੰ ਕੋਈ ਮਿਲਣ ਆਇਆ ਹੈ। ਤੇ ਸੂਰਦਾਸ ਜੀ ਸਮਾਧੀ ਖੁੱਲੀ, ਕੀ ਦੇਖਦੇ ਨੇ ਸਾਹਮਣੇ ਨਾਰਦ ਮੁਨੀ ਬੈਠੇ ਨੇ। ਨਾਰਦ ਮੁਨੀ ਹੱਥ ਜੁੜੇ ਹੋਏ ਕਹਿੰਦੇ, ਸੂਰਦਾਸ ਜੀ, ਪਰਮ ਪਿਤਾ ਪਰਮੇਸ਼ਰ ਸਮੇਂ ਦੇ ਭਗਵਾਨ ਵਿਸ਼ਨੂੰ ਨੇ ਤੁਹਾਨੂੰ ਆਪਣਾ ਸੰਦੇਸ਼ਾ ਭੇਜਿਆ ਏ, ਇੱਕ ਸੰਦੇਹਾ ਭੇਜਿਆ ਏ। ਜਦੋਂ ਇਹ ਬਚਨ ਨਾ ਸੁਣੇ ਨਾਰਦ ਮੁਨੀ ਦੇ ਮੁਖ ਤੋਂ, ਸੂਰਦਾਸ ਜੀ ਟੋਏ ਦੇ ਵਿੱਚ ਸਾਧ ਦੀ ਨੱਚਣ ਲੱਗ ਪਏ, ਭੰਗੜਾ ਪਾਉਣ ਲੱਗ ਪਏ। ਕਹਿੰਦੇ ਮੇਰੇ ਪ੍ਰੀਤਮ ਦਾ ਮੈਨੂੰ ਸੰਦੇਸ਼ਾ ਆ ਗਿਆ, ਮੇਰੇ ਮੁਰਸ਼ਦ ਦਾ, ਮੇਰੇ ਰੱਬ ਦਾ ਮੈਨੂੰ ਸੰਦੇਹਾ ਆ ਗਿਆ। ਤੇ ਨਾਰਦ ਮੁਨੀ ਕਹਿੰਦੇ ਤੈਨੂੰ ਸੰਦੇਹਾ ਜਿਹੜਾ ਦਿੱਤਾ ਨਾ, ਸੰਦੇਸ਼ਾ ਪਹਿਲਾਂ ਸੁਣ ਲਾ, ਬੜਾ ਔਖਾ ਪਰਚਾ ਆ। ਕਹਿੰਦੇ ਛੱਡ ਪਰਚੇ ਔਖੇ ਨੂੰ, ਤੂੰ ਮੇਰੇ ਰੱਬ ਨੇ ਮੈਨੂੰ ਯਾਦ ਤਾਂ ਕੀਤਾ। ਗੱਡ ਕੇ ਆਖੂ ਸਤਿਨਾਮ ਸ੍ਰੀ। ਕਹਿੰਦੇ ਮੈਂ ਉਹਦੀ ਨਜ਼ਰ ਵਿੱਚ ਹਾਂ, ਮੈਨੂੰ ਦੇਖਦਾ ਰਿਹਾ। ਤੇ ਕਹਿੰਦੇ ਦੱਸ ਕੀ ਸੰਦੇਹਾ ਭੇਜਿਆ ਮੇਰੇ ਮੁਰਸ਼ਦ ਨੇ, ਮੇਰੇ ਰੱਬ ਨੇ? ਕਹਿੰਦੇ ਸੰਦੇਸ਼ਾ ਇਹ ਭੇਜਿਆ, ਪੱਲਾ ਕਰ। ਕਹਿੰਦੇ ਸੂਰਦਾਸ ਨੇ ਪੱਲਾ ਕੀਤਾ ਤੇ ਬੁੱਕ ਰੇਤੇ ਦਾ ਜਿਹੜਾ ਸੀ ਨਾ, ਪੱਲੇ 'ਚ ਪਾ ਦਿੱਤਾ। ਕਹਿੰਦੇ ਭਗਵਾਨ ਦਾ ਸੰਦੇਸ਼ਾ ਏ ਕਿ ਆ ਰੇਤੇ ਦੇ ਕਿਣਕੇ ਗਿਣ ਲੈਣੇ ਆ, ਜਿੰਨੇ ਕਿਣਕੇ ਆ ਇੰਨੇ ਕਿਣਕੇ, ਇੰਨੇ ਜਨਮ ਧਾਰ ਕੇ, ਇੱਦਾਂ ਹੀ ਜਿਵੇਂ ਹੁਣ ਕਠਿਨ ਤਪੱਸਿਆ ਕੀਤੀ ਨਾ, ਇੱਦਾਂ ਹੀ ਭਗਵਾਨ ਕਹਿੰਦੇ ਮੈਨੂੰ ਯਾਦ ਕਰੇ, ਫਿਰ ਮੈਂ ਦਰਸ਼ਨ ਦੇਵਾਂਗਾ। ਗੱਡ ਕੇ ਆਖੋ ਸਤਿਨਾਮ। ਤੇ ਸਾਧ ਸੰਗਤ ਸੂਰਦਾਸ ਜੀ ਨੇ ਪੱਲਾ ਮਾਰਿਆ ਵਗਾ ਕੇ, ਹੋਰ ਉੱਚੀ ਉੱਚੀ ਬਜਦ ਵਿੱਚ ਆ ਕੇ ਰੱਬੀ ਮਹਿਮਾ ਦੇ ਗੁਣ ਗਾਉਂਦੇ ਨੇ ਤੇ ਨੱਚਦੇ ਨੇ ਸਾਧ ਸੰਗਤ ਜੀ। ਤੇ ਸਾਧ ਸੰਗਤ ਜੀ ਕੀ ਦੇਖਦੇ ਨੇ, ਨੱਚੀ ਜਾ ਰਹੇ ਨੇ। ਜਦੋਂ ਦੇਖਿਆ ਨਾਰਦ ਮੁਨੀ ਬਾਰ-ਬਾਰ ਬੁਲਾਉਂਦੇ ਆ, ਕਹਿੰਦੇ ਪੇਪਰ ਬੜਾ ਔਖਾ ਹੈ, ਤੁਹਾਨੂੰ ਇੰਨੀ ਖੁਸ਼ੀ ਕਾਹਦੀ ਚੜ੍ਹ ਗਈ? ਤੇ ਸਾਧ ਸੰਗਤ ਉਹ ਆਪਣੀ ਮਸਤੀ ਦੇ ਅੰਦਰ ਨੱਚੀ ਜਾ ਰਹੇ ਨੇ। ਤੇ ਨਾਰਦ ਮੁਨੀ ਖੜੇ ਦੇਖਦੇ ਆ, ਕੀ ਹੋਇਆ? ਇੰਨੀ ਦੇਰ ਨੂੰ ਭਗਵਾਨ ਖੁਦ ਪਹੁੰਚ ਜਾਂਦੇ। ਗੱਡ ਕੇ ਆਖੂ ਸਤਿਨਾਮ ਸ੍ਰੀ। ਤੇ ਸਾਧ ਸੰਗਤ ਜਦੋਂ ਭਗਵਾਨ ਆਏ
ਐਸੀ ਦ੍ਰਿਸ਼ਟੀ ਮਾਰੀ ਤੇ ਸਾਧ ਸੰਗਤ ਸੂਰਦਾਸ ਨੂੰ ਅੰਤਰ ਦ੍ਰਿਸ਼ਟੀ ਬਖਸ਼ ਦਿੱਤੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਜੀ ਜਦੋਂ ਸਾਹਮਣੇ ਤੱਕਿਆ, ਭਗਵਾਨ ਖੜੇ ਚਰਨਾਂ ਦੇ ਅੰਦਰ ਡੰਡੌਤ ਕਰਦੇ ਨੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਭਗਵਾਨ ਵਿਸ਼ਨੂੰ ਸਰੂਪ ਦੇ ਅੰਦਰ ਪਰਮੇਸ਼ਰ ਨੇ ਗਲਵੱਕੜੀ ਵਿੱਚ ਲੈ ਕੇ ਘੁੱਟ ਲਿਆ ਸਾਧ ਸੰਗਤ ਜੀ। ਐਸੇ ਗਲਵੱਕੜੀ ਵਿੱਚ ਲੈ ਨੇ ਸਾਧ ਸੰਗਤ ਜੀ। ਸੂਰਦਾਸ ਜੀ ਗਲਵੱਕੜੀ ਨਹੀਂ ਛੱਡਦੇ ਸਾਧ ਸੰਗਤ ਜੀ, ਪਰ ਭਗਵਾਨ ਆ ਸਾਧ ਸਿੰਘ, ਉਹਨੂੰ ਕੌਣ ਬੰਨ੍ਹ ਸਕਦਾ ਹੈ। ਭਗਵਾਨ ਗਲਵੱਕੜੀ ਵਿੱਚੋਂ ਨਿਕਲ ਗਏ, ਸਾਹਮਣੇ ਖੜੇ ਆ। ਤੇ ਸਾਧ ਸੰਗਤ ਜੀ ਉਸ ਸਮੇਂ ਫੇ ਨਾਰਦ ਮੁਨੀ ਕਹਿਣ ਲੱਗੇ, ਭਗਵਾਨ ਤੂੰ ਵੀ ਬੜਾ ਝੂਠਾ, ਮੈਨੂੰ ਕਹਿੰਦਾ ਜਾ ਕੇ ਸੁਨੇਹਾ ਦੇ, ਆ ਕਿਣਕੇ ਗਿਣ ਇੰਨੇ ਕਿਣਕੇ ਜਨਮ ਧਾਰੇ ਫਿਰ ਤਪੱਸਿਆ ਕਰੀ, ਮੈਂ ਤਾਂ ਦਰਸ਼ਨ ਦੇਵਾਂਗਾ। ਮੈਂ ਤੇ ਸੰਦੇਸ਼ਾ ਦੇਣ ਉੱਥੇ ਖੜਾ, ਮੇਰੇ ਸਾਹਮਣੇ ਭਗਵਾਨ ਤੁਸੀਂ ਵੀ ਆਪਣਾ ਨੇਮ ਤੋੜ ਲੈਂਦੇ ਹੋ। ਤੁਹਾਡਾ ਵੀ ਕੋਈ ਨੇਮ ਨਹੀਂ, ਤੁਹਾਡਾ ਕੋਈ ਇਤਬਾਰ ਨਹੀਂ ਹੈ। ਫਿਰ ਸਾਧ ਸਿੰਘ ਉੱਥੇ ਭਗਵਾਨ ਪਤਾ ਕੀ ਕਹਿੰਦੇ ਆ, ਕਹਿੰਦੇ ਨਾਰਦ ਮੁਨੀ ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਟੁੱਟ ਜਾਂਦੇ ਨੇ, ਜਿੱਥੇ ਨੇਮ ਹੋਵੇ ਉੱਥੇ ਪ੍ਰੇਮ ਟੁੱਟ ਜਾਂਦਾ ਹੈ। ਗੱਡ ਕੇ ਆਖੋ ਸਤਨਾਮ ਸ੍ਰੀ। ਜਿੱਥੇ ਪ੍ਰੇਮ ਉਰੇ ਹੈ ਤਾਂ ਨੇਮ ਦੁਰੇ ਹੈ, ਜੇ ਨੇਮ ਉਰੇ ਹੈ ਤਾਂ ਪ੍ਰੇਮ ਦੁਰੇ ਹੈ। ਅੱਜ ਅਸੀਂ ਨੇਮ ਵਿੱਚ ਮਰਜ਼ਾਦਾ ਵਿੱਚ ਹੀ ਰੱਬ ਤੋਂ ਦੂਰੀਆਂ ਬਣਾਈ ਬੈਠੇ ਹਾਂ। ਗੱਡ ਕੇ ਆਖੋ ਸਤਨਾਮ ਸ੍ਰੀ। ਇਸ ਲਈ ਧੰਨ ਗੁਰੂ ਦਾਸ ਜੀ ਨੇ ਬਚਨ ਆਖਿਆ ਸੀ, ਆਪਨ ਬਾਪ ਨਹੀਂ ਕਿਸੀ ਕੋ, ਆਪਨ ਬਾਪ ਨਹੀਂ ਕਿਸੀ ਕੋ, ਭਾਵਨ ਕੋ ਹਰ ਰਾਣਾ। ਗੋਬਿੰਦ ਪਾਉ ਭਗਤ ਦਾ ਭੁੱਖਾ, ਗੋਬਿੰਦ ਪਾਉ ਭਗਤ ਦਾ ਭੁੱਖਾ। ਆਪਨ ਬਾਪ ਨਹੀਂ ਕਿਸੀ ਕੋ, ਆਪਨ ਬਾਪ ਨਹੀਂ ਕਿਸੀ ਕੋ, ਭਾਵਨ ਕੋ ਹਰ ਰਾਣਾ। ਪਰਮੇਸ਼ਰ ਜਿਹੜਾ ਕਿਤੇ ਦੀ ਪਿਓ ਦਾ ਬੈ ਖਰੀਦ ਨਹੀਂ, ਉਹ ਤੇ ਇੱਕ ਪ੍ਰੇਮ ਦਾ ਭੁੱਖਾ, ਜਿਹੜਾ ਉਹਨੂੰ ਹਿਰਦੇ ਤੋਂ ਪ੍ਰੇਮ ਕਰਦਾ, ਉਹ ਸਾਰੇ ਨੇਮ ਤੋੜ ਕੇ ਉਹਨੂੰ ਗਲਵੱਕੜੀ ਵਿੱਚ ਲੈ ਲੈਂਦਾ। ਗੱਜ ਕੇ ਆਖੋ ਸਤਨਾਮ ਸ੍ਰੀ। ਤੇ ਸਾਧ ਸੰਗਤ ਜੀ ਐਸੀ ਅਵਸਥਾ ਦੇ ਅੰਦਰ ਸਾਹਿਬ ਸਤਿਗੁਰੂ ਸੂਰਦਾਸ ਜੀ ਪੁੱਡੇ, ਤੇ ਜਿਨ੍ਹਾਂ ਨੂੰ ਸਤਿਕਾਰ ਦੇ ਅੰਦਰ ਖੁਦ ਪਰਮੇਸ਼ਰ ਪਰਮਾਤਮਾ ਸਾਧ ਸੰਗਤ ਜੀ ਮਿਹਰ ਕਰਦੇ ਨੇ, ਦਇਆ ਕਰਦੇ ਨੇ। ਪਰਮੇਸ਼ਰ ਦੀ ਐਸੀ ਦਇਆ ਹੋਈ, ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਹਰ ਕੇ ਸੰਗ ਬਸੇ ਹਰ ਲੋਗ, ਹਰ ਕੈ ਸੰਗ ਵਸੈ ਹਰ ਲੋਗ। ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸਾਰੰਗ ਅੰਗ 1253 ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਐਸੇ ਬਜਦ ਵਿੱਚ ਆਉਂਦੇ ਨੇ ਤੇ ਬਚਨ ਕਹਿ ਦਿੱਤਾ, ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਇੱਕ ਹੈ, ਤੇ ਸੱਚੇ ਸਤਿਗੁਰ ਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਹੈ। ਤੇ ਸਾਧ ਸੰਗਤ ਜੀ ਬਚਨ ਕਹਿ ਦਿੱਤਾ, ਹਰ ਕੇ ਸੰਗ ਵਸੇ ਹਰ ਲੋਗ। ਪਰਮੇਸ਼ਰ ਦੇ ਪਿਆਰੇ ਤੇ ਪਰਮੇਸ਼ਰ ਆਪਣੇ ਪਿਆਰਿਆਂ ਦੇ ਅੰਗ ਸੰਗ, ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਨੂੰ ਸਦਾ ਹੀ ਆਪਣੇ ਅੰਗ ਸੰਗ ਸਮਝਦੇ ਆ। ਗੱਡ ਕੇ ਆਖੋ ਸਤਨਾਮ ਸ੍ਰੀ। ਤਨ ਮਨ ਅਰਪ ਸਰਬ ਸਭ ਅਰਪਿਓ, ਆਨੰਦ ਸਹਿਜ ਤਨ ਝੋਕ। ਜਿਹੜੇ ਰੱਬ ਦੇ ਪਿਆਰੇ ਆ ਨਾ, ਆਪਣੇ ਮਾਲਕ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਦੇ ਅੰਦਰ ਸੇਵਾ ਸਿਮਰਨ ਆਪਣਾ ਸਭ ਕੁਝ ਅਰਪਣ ਕਰ ਦਿੰਦੇ ਆ। ਦਰਸ਼ਨ ਪੇਖ ਭਏ ਨਿਰਵਿਖਈ। ਬੇਕਾਰਾਂ ਜਦੋਂ ਦਰਸ਼ਨ ਹੋਏ ਨੇ ਤੇ ਸਾਰੇ ਬੇਕਾਰ ਵਿਸ਼ੇ ਨਾਸ਼ ਹੋ ਗਏ ਨੇ। ਦਰਸ਼ਨ ਪੇਖ ਭਏ ਨਿਰਵਿਖਈ, ਸੁੰਦਰ ਬਦਨ ਅਲੋਕਾ। ਜਦੋਂ ਸੁੰਦਰ ਲਸਾਨੀ ਪਰਮੇਸ਼ਰ ਦੇ ਦਰਸ਼ਨ ਕੀਤੇ ਤੇ ਸਾਸੂ ਦਰਸ਼ਨ ਪੇਟ ਉਤਰੀ, ਸਾਰੀਆਂ ਭੁੱਖਾਂ ਲੈ ਗਈਆਂ। ਆਨ ਵਸਤ ਸਿਉ ਕਾਜ ਨ ਕਛੁਏ, ਸੁੰਦਰ ਬਦਨ ਅਲੋਕ। ਸਾਰੇ ਪਦਾਰਥਾਂ ਦੀ ਕਿਸੇ ਤਰ੍ਹਾਂ ਦੀ ਭੁੱਖ ਹੀ ਨਹੀਂ ਰਹੀ। ਤੇ ਸਾਧ ਸੰਗਤ ਜੀ, ਸਿਆਮ ਸੁੰਦਰ ਤਾਡੇ ਆਨ ਜੋ ਚਾਹਤ, ਜਿਉ ਕੁਸਦੇ ਤਨ ਜੋਕ। ਸਾਹਿਬ ਸਤਿਗੁਰੂ ਅਰਜਨ ਦੇਵ ਜੀ ਬਚਨ ਕਰਦੇ, ਰੱਬ ਨੂੰ ਪਰਮੇਸ਼ਰ ਦੇ ਪਿਆਰ ਨੂੰ
ਰਹਿਮਤ ਨੂੰ ਛੱਡ ਕੇ ਕਹਿੰਦੇ ਕੁਝ ਹੋਰ ਚਾਹੁੰਦੇ ਆ, ਫਿਰ ਤਾਂ ਜਿੱਦਾਂ ਕੋੜੀ ਦੇ ਸਾਸਨ ਦੀ ਜ਼ਖਮਾਂ ਤੇ ਜੋਗ ਚੁੰਬੜੀ ਹੁੰਦੀ ਹੈ ਨਾ, ਆਪੇ ਭਰ ਕੇ ਡਿੱਗ ਪੈਂਦੀ ਆ ਮਨਮੁਖ ਦੀ ਅਵਸਥਾ। ਉਹ ਫਿਰ ਸਾਸੰਗੀ ਪਰਮੇਸ਼ਰ ਐਸੇ ਉਹ ਗੁਰੂ ਤੋਂ ਬੇਮੁਖ ਹੁੰਦੇ ਨੇ, ਵਿਕਾਰਾਂ ਨਾਲ ਬੇਈਮਾਨੀਆਂ ਨਾਲ ਜਦੋਂ ਭਰ ਜਾਂਦੇ ਨੇ, ਫਿਰ ਆਪੇ ਹੀ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਤਬਾਹ ਹੋ ਜਾਂਦਾ ਹੈ। ਸੂਰਦਾਸ ਪ੍ਰਭ ਮਨ ਹੱਥ ਲੀਨੋ, ਦੀਨੋ ਦੀਨੋ ਸਭ ਪਰਲੋਕ। ਸਾਹਿਬ ਸਤਿਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਸੂਰਦਾਸ ਜੀ ਦੇ ਸਾਸੰਗ ਦੇ ਸਤਿਕਾਰ ਦੇ ਅੰਦਰ ਬਚਨ ਕਹਿ ਦਿੱਤਾ, ਜਦੋਂ ਰੱਬ ਹੱਥ ਫੜ ਲੈਂਦਾ ਨਾ, ਪਰਮੇਸ਼ਰ ਬਾਂਹ ਫੜ ਲੈ, ਫਿਰ ਸਾਸੰਗ ਜੀ ਆਤਮਾ ਪਰਮਾਤਮਾ ਵਿੱਚ ਅਭੇਦ ਆਪਣੇ ਵਿੱਚ ਅਭੇਦ ਕਰ ਲੈਂਦਾ ਏ। ਗੱਡ ਕੀ ਆਖੂ ਸਤਨਾਮ ਸੀ। ਉੱਥੇ ਵੀ ਮੇਰੇ ਗੁਰਦੇਵ ਕਹਿੰਦੇ ਨੇ, ਜੋ ਪ੍ਰਾਨੀ ਨਿਸ ਦਿਨ ਪੜ੍ਹੈ ਰੂਪ ਰਾਮ ਤੇ ਜਾਨ, ਹਰ ਜਨ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ। ਇਸ ਲਈ ਹਰ 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 ਜਨ ਦੁਇ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸਮਾਏ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਲਈ ਸਾਧ ਸੰਗਤ ਜੀ ਸਾਹਿਬ ਸਤਿਗੁਰੂ ਸੂਰਦਾਸ ਜੀ ਇਹੋ ਹੀ ਪਾਵਨ ਸੰਦੇਸ਼ ਦਿੰਦੇ ਹੋਏ ਪਰਮੇਸ਼ਰ ਦੀ ਬੰਦਗੀ ਦੇ ਅੰਦਰ, ਸਿਮਰਨ ਦੇ ਅੰਦਰ, ਪ੍ਰਭੂ ਭਜਨ ਦੇ ਅੰਦਰ ਮਸਤ ਹੋਏ ਸਾਧ ਸੰਗਤ ਜੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਬੇਗਮਪੁਰੇ ਦੇ ਵਾਸੀ ਸਾਧ ਸੰਗਤ ਦੀ ਜੋਤੀ ਜੋਤ ਮਿਲੀ, ਸੰਪੂਰਨ ਥੀ ਆਰਾਮ, ਪ੍ਰਭੂ ਚਰਨਾਂ ਵਿੱਚ ਅਭੇਦ ਹੋ ਜਾਂਦੇ ਨੇ। ਤੇ ਸਾਧ ਸੰਗਤ ਜੀ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਸ ਲਈ ਸਾਧ ਸੰਗਤ ਜੀ ਗੁਰੂ ਲੋਕ ਜਿਨ੍ਹਾਂ ਨੂੰ ਪਰਮੇਸ਼ਰ ਆਪ ਭੇਜਦੇ ਨੇ, ਸਾਧ ਪਠਾਏ ਆਪ ਪ੍ਰਭ ਹਮ ਤੁਮ ਤੇ ਨਾਹੀਂ ਦੂਰ। ਐਸੀ ਰੱਬੀ ਰੂਹਾਂ ਸਾਧੂਆਂ ਦੇ ਰੂਪ ਅੰਦਰ ਪਰਮੇਸ਼ਰ ਆਪ ਭੇਜਦਾ ਏ, ਜਿਨ੍ਹਾਂ ਵਿਅਸਤੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਬਚਨ ਕਰਦੇ ਨੇ, ਸਫਲ ਜਨਮ ਹਰ ਜਨ ਕਾ ਉਪਜਿਆ। ਉਹਨਾਂ ਦਾ ਜਨਮ ਲੈਣਾ ਸਫਲ ਆ। ਰੱਬ ਵੀ ਜਿਨ੍ਹਾਂ ਨੂੰ ਪੁੱਤਾਂ ਵਾਂਗ ਪਾਲਦਾ ਹੈ, ਤੇ ਰੱਬ ਵੀ ਔਲਾਦ ਵਾਲਾ ਹੋ ਕੇ ਸੰਸਾਰ ਤੇ ਸੰਤਰਾ ਹੋ ਕੇ ਪ੍ਰਗਟ ਹੈ। ਉਸ ਨੂੰ ਗੁਰਦੇਵ ਕਹਿੰਦੇ ਨੇ, ਨਾਨਕ ਗੁਰ ਗੁਪਤ ਵਰਤਦਾ ਪ੍ਰਗਟ ਸੰਤ ਜਨ ਹੈ, ਤੇ ਰੱਬ ਗੁਪਤ ਪਰ ਸੰਤਾਂ ਦੇ ਰੂਪ ਅੰਦਰ ਪ੍ਰਗਟ ਰੱਬ ਆਪ ਕਰ ਲੈਂਦਾ ਹੈ। ਇਸ ਲਈ ਸਾਧ ਸੰਗਤ ਜੀ ਸਾਧ ਮਿਲੇ ਸਿੱਧ ਪਾਈਏ, ਪਰ ਗੁਰੂ ਮਿਲ ਜਾਏ, ਸਤਿਗੁਰੂ ਦਾ ਦੀਦਾਰ ਹੋ ਜਾਏ, ਸਤਿਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਏ, ਫਿਰ ਮਿਹਰ ਹੁੰਦੀ ਏ। ਉਸੇ ਨੂੰ ਮੇਰੇ ਗੁਰਦੇਵ ਕਹਿੰਦੇ ਨੇ, ਆਸ ਪਿਆਸੀ ਮੈਂ ਫਿਰੋਂ ਕਬ ਪੇਖੋਂ ਗੋਪਾਲ, ਹੈ ਕੋਈ ਸਾਜਨ ਸਾਧ ਜਨ ਸੰਤ ਜਨ ਨਾਨਕ ਪ੍ਰਭ ਮੇਲਣਾ। ਜੇ ਕੋਈ ਹੈਗਾ ਤਾਂ ਮਿਲਾ ਦਿਓ। ਬਿਨ ਮਿਲਵੈ ਸ਼ਾਂਤ ਨਾ ਉਪਜੈ, ਤਿਲ ਪਲ ਰਹਿਣ ਨਾ ਡਾਏ, ਹਰ ਸਾਧਾਂ ਸਰਨਾਗਤੀ ਨਾਨਕ ਆਸ ਪੁਜਾਏ। ਸੋ ਸਾਧ ਸੰਗਤ ਜੀ ਉਹਨਾਂ ਭੁੱਲਣ ਦੀ ਖਿਮਾ। ਅੱਜ ਕਰੋਨਾ ਮਹਾਂਮਾਰੀ ਫੈਲੀ ਹੈ, ਕਰੋ ਸਾਰੀ ਸੰਗਤ ਅਰਦਾਸ, ਸਤਿਗੁਰੂ ਜੀ ਕਿਰਪਾ ਕਰੋ, ਸੰਸਾਰ ਨੂੰ ਦੁੱਖਾਂ ਤੋਂ ਨਿਵਰਤ ਕਰੋ। ਆਪਣੀ ਇਹ ਫੁਲਵਾੜੀ, ਇਹ ਸੰਸਾਰ ਸੋਹਣੀ ਫੁਲਵਾੜੀ ਖਿੜੀ ਰਹੇ, ਮਨ ਖਿੜਿਆ ਹਰਿਆ ਬਾਗ, ਇਹ ਸੰਸਾਰ ਫੁਲਵਾੜੀ ਦੀ ਤਰ੍ਹਾਂ ਖਿੜਿਆ ਰਹੇ। ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰਾ ਉੱਭਰੈ ਤਿਤੈ ਲਹਿ ਉਪਾਰ। ਤੋ ਸਾਧ ਸੰਗਤ ਜੀ ਐਸੇ ਗੁਰਦੇਵ ਸਤਿਗੁਰੂ ਸੂਰਦਾਸ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ, ਚਰਨ ਕਮਲ ਰਜ ਮਸਤਕ ਲੇਪਨ ਕੈ, ਭਰਮ ਕਰਮ ਲੇਖ ਸਿਆਮਤਾ ਮਟਾਈ। ਸਤਿਗੁਰੂ ਦੇ ਚਰਨਾਂ ਦੀ ਰਹਿਮਤ ਹੋ ਜਾਏ, ਖਾਕ ਮਿਲ ਜਾਏ, ਤੇ ਸਾਸਨੀ ਭਰਮ ਕਰਮ ਖੋਟੇ ਸਾਰੇ ਮਿਟ ਜਾਂਦੇ ਨੇ। ਸਤਿਗੁਰੂ ਮੇਰਾਂ ਦੀ ਵਰਖਾ ਕਰ ਦਿੰਦੇ ਨੇ। ਚਰਨ ਕਮਲ ਚਰਨਾਮ੍ਰਿਤ ਮਲੀਨ, ਮਨ ਕਰ ਨਿਰਮਲ ਦੂਤ ਦਿਵਦਾ ਮਟ। ਸਤਿਗੁਰੂ ਦੇ ਚਰਨਾਂ ਦੀ ਚਰਨਾਮਤ ਸਾਧ ਸੰਗਤ ਦੀ ਦਵੈਤ ਖਤਮ ਕਰ ਦਿੰਦੀ ਹੈ। ਇੱਕ ਮਨ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲੱਗ ਜਾਂਦੀ ਹੈ। ਇਸ ਲਈ ਚਰਨ ਕਮਲ ਗੁਰ ਮਹਿਮਾ, ਅਗਾਧ ਬੋਧ ਸਰਬ ਨਿਦਾਨ ਔਰ ਸਗਲ ਫਲਦਾਈ ਹੈ। ਸਤਿਗੁਰ ਦੇ ਚਰਨਾਂ ਦੀ ਮਹਿਮਾ, ਸਤਿਗੁਰ ਦੇ ਰਹਿਮਤ ਭਰੇ ਅਸ਼ੀਰਵਾਦ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਸਾਰੇ ਖਜ਼ਾਨੇ ਤੇ ਸਾਰੇ ਸੁੱਖ ਦੇਣ ਵਾਲੀ, ਸਾਰੇ ਫਲ ਦੇਣ ਵਾਲੀ ਹੈ। ਤੋ ਸਾਧ ਸੰਗਤ ਜੀ ਉਈਆਂ ਭੁੱਲਣ ਦੀ ਖਿਮਾ। ਦੁਖੀਆ ਦਰਦ ਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਬਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।